घटना हुई, ये बड़ी मंदभागी घटना है। ये बड़ी शास अधीन, बड़ी सोची समझी अधीन घटना वापरी है, क्योंकि जिथे अज सारे सिख दिल्ली दी बरूहां दे उपर बैठे है, उन्होंने अंदोलन भी बदनाम करने वास्ते जी साजिश घड़ी गई है। इस सानू इस विच पूरा सानू जी केंद्र दी एजेंसियां है पूर्ण तौर पर उन्होंने पर भी सानू पूर्ण तौर पर शक है कि उन्होंने भी बड़ी रणनीति तहत यह कि सिखां और हिंदुओं में एक नफरत फैलाने की खातर यह साजिश अधीन की गई। पर मैं समुचे तौर पर कहूँगा जिथे आनंदपुर दी संगतां नूं भी बेनती करूँगा कि थोड़े जिथे क्योंकि ये जिहड़ा सिखां दा प्रगट स्थान है, प्रगट स्थान ते यह जी घटना हो भी वो आनंदपुर के सिखां दे आले दुआले पिंडां दी संगत इत्थे पिंडां विचों निकल के ना आवे, ये भी एक बहुत बड़ी वड्डी मंदभागी घटना है। मैं साध संगत नूं बेनती करूँगा कि सारे हुम हुमा के तख्त श्री केसगढ़ साहब पुजण ਤਾਂ जो ਇਹੋ ਜਿਹੇ ਜਿਹੜੀਆਂ ਮਾੜੀਆਂ ਘਟਨਾਵਾਂ ਹੁੰਦੀਆਂ ਉਹਨਾਂ ਨੂੰ ਨੱਥ ਪਾਈ ਜਾ ਸਕੇ। ਪਰ ਬੰਦਿਆਂ ਦੇ ਕਿਸੇ ਦੇ ਮੂੰਹ ਤੇ ਨਹੀਂ ਲਿਖਿਆ ਹੁੰਦਾ, ਕਿਉਂਕਿ ਇੱਥੇ ਕਿਸੇ ਨੂੰ ਆਪਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਤੋਂ ਕਿਸੇ ਨੇ ਨਹੀਂ ਰੋਕ ਸਕਦੇ, ਨਾ ਕਿਸੇ ਧਰਮ ਵਾਲੇ ਰੋਕ ਸਕਦੇ, ਕਿਉਂਕਿ ਇਹ ਸਰਬ ਸਾਂਝੀ ਵਾਰਤਾ ਦਾ ਇਹ ਧਰਤੀ ਸੰਦੇਸ਼ ਦਿੰਦੀ ਹੈ। ਪਰ ਇਹਦੇ ਵਿੱਚ ਇੰਟੈਲੀਜੈਂਸੀਆਂ ਵੀ ਫੇਲ ਹੋਈਆਂ, ਸਾਰੇ ਵਰਗ ਹੀ ਫੇਲ ਹੋਏ ਇਹਦੇ ਵਿੱਚ। ਔਰ ਜਿਹੜੇ ਹਿੰਦੂਆਂ ਦੇ ਵਿੱਚ ਇੱਕ ਬਹੁਤ ਵੱਡੀ ਪੱਧਰ ਤੇ ਲੜਾਈ ਪਾਣੀ ਚਾਹੁੰਦੀਆਂ ਹਨ, ਇਹ ਤਾਂ ਮੈਂ ਇਹਨਾਂ ਨੂੰ ਕਹੂੰਗਾ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਵੀ ਜ਼ਿੰਮੇਵਾਰ ਹੈ ਇਹਦੇ 'ਚ। ਤਾਂ ਸਵੇਰੇ ਇੱਕ ਮੰਦਭਾਗੀ ਘਟਨਾ ਹੋਈ ਹੈ, ਇਹਦੇ ਵਿੱਚ ਆਪਾਂ ਜਿਹੜਾ ਅਕਿਊਜ਼ਡ ਹੈਗਾ ਉਹ ਆਪਾਂ ਅਰੈਸਟ ਕਰ ਲਿਆ, FIR ਦਰਜ ਹੋ ਚੁੱਕੀ ਹੈ ਅਤੇ ਹੁਣ ਉਹਦੀ ਤਫਤੀਸ਼ ਆਰੰਭੀ ਜਾ ਰਹੀ ਹੈ। ਤੁਹਾਡੇ ਨਾਲ ਬਾਅਦ 'ਚੋਂ ਸ਼ੇਅਰ ਕਰਦੇ ਹਾਂ, ਉਹਦੀ ਕੋਈ ਤਫਤੀਸ਼ ਚੱਲ ਰਹੀ ਹੈ, ਇਸ ਕਰਕੇ ਮੈਂ ਕੁਝ ਵੀ ਇਹਦੇ ਪਰ ਕਮੈਂਟ ਨਹੀਂ ਕਰਾਂਗਾ। ਅਤੇ ਆਪਾਂ ਅਕਿਊਜ਼ਡ ਅਰੈਸਟ ਕਰ ਲਿਆ ਹੈਗਾ ਅਤੇ ਤਫਤੀਸ਼ ਆਪਣੀ ਆਰੰਭ ਹੋ ਚੁੱਕੀ ਹੈ। ਸਰ ਕੀ ਲੱਗਦਾ ਮੀਟਿੰਗ ਹੋਈ ਹੈ, ਅੰਦਰ ਕੀ ਵਾਰਤਾਲਾਪ ਹੋਈ ਹੋਈ ਤੁਹਾਨੂੰ ਕੋਈ ਸ਼ੇਅਰ ਕਰੋਗੇ ਸਾਨੂੰ? ਇਹ ਆਪਣੇ ਆਪ ਇਨਵੈਸਟੀਗੇਸ਼ਨ ਦੇ ਬਾਰੇ ਹੀ ਗੱਲ ਹੋਈ ਜੀ। ਇਹਦੀ ਘਟਨਾ ਦੀ ਪੂਰਾ ਸਰਚ ਦੇ ਕੇ ਕਹਿ ਤੱਕ ਜਾਈਏ ਜੀ ਕਿਵੇਂ ਅਸੀਂ ਸਰ ਕੀ ਲੱਗਦਾ ਕਿ ਸਾਜਿਸ਼ ਅਧੀਨ ਹੋਇਆ ਜੀ? ਜਦ ਮੈਂ ਆਪ ਜੀ ਨੂੰ ਪਹਿਲੇ ਇਹ ਗੱਲ ਕਹੀ ਵੀ ਜਦੋਂ ਤਫਤੀਸ਼ ਅਜੇ ਆਰੰਭੀ ਗਈ ਹੈ, ਜਦ ਤੱਕ ਤਫਤੀਸ਼ ਮੁਕੰਮਲ ਨਹੀਂ ਹੁੰਦੀ ਮੈਂ ਕਿਵੇਂ ਕੁਝ ਵੀ ਕਹਿ ਸਕਦਾ। ਤਫਤੀਸ਼ ਮੁਕੰਮਲ ਹੋ ਲੈਂਦੋ ਸਾਰਾ ਸੱਚ ਸਾਹਮਣੇ ਆ। ਠੀਕ ਹੈ ਸਰ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਵੇਰੇ ਤਕਰੀਬਨ 4:30 ਵਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਬਹੁਤ ਹੀ ਇੱਕ ਮੰਦਭਾਗੀ ਹਿਰਦੇ ਵੇਦਕ ਘਟਨਾ ਵਾਪਰੀ ਹੈ ਕਿ ਲੁਧਿਆਣੇ ਦੇ ਰਹਿਣ ਵਾਲੇ ਪਰਮਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਮੁਹੱਲਾ ਮਹਾਰਾਜ ਨਗਰ ਲੁਧਿਆਣਾ ਪੁਲਿਸ ਕਮਿਸ਼ਨਰੇਟ ਲੁਧਿਆਣਾ, ਉਹਨੇ ਸਵੇਰੇ ਕਿਉਂਕਿ ਗੁਰੂ ਸਾਹਿਬ ਦਾ ਪ੍ਰਕਾਸ਼ ਤਖ਼ਤ ਸਾਹਿਬ 'ਤੇ ਹੋ ਰਿਹਾ ਸੀ, ਰਾਗੀ ਸਿੰਘ ਔਰ ਸੰਗਤ ਗੁਰੂ ਸਾਹਿਬ ਦੇ ਸਤਿਕਾਰ ਵਾਸਤੇ ਉੱਠ ਕੇ ਖੜੀ ਹੋਈ ਅਤੇ ਰਾਗੀ ਸਿੰਘਾਂ ਦੇ ਪਿਛਲੇ ਪਾਸੇ ਬਾਹਰਲੇ ਪਾਸੇ ਖੜ੍ਹ ਕੇ ਉਹਨੇ ਸਿਗਰਟ ਜਲਾਈ ਔਰ ਸਿਗਰਟ ਦਾ ਧੂੰਆਂ ਆਪਣੇ ਮੂੰਹ ਵਿੱਚ ਭਰ ਕੇ ਜਿਹੜੀ ਸਿਗਰਟ ਸੀ ਉਹ ਰਾਗੀ ਸਿੰਘ ਜਿੱਥੇ ਖੜ੍ਹੇ ਬੈਠੇ ਸਨ ਉਸ ਸਥਾਨ ਦੇ ਉੱਤੇ ਸਿਗਰਟ ਸੁੱਟ ਦਿੱਤੀ ਔਰ ਜਿਹੜਾ ਧੂੰਆਂ ਸੀ ਉਹ ਰਾਗੀ ਸਿੰਘਾਂ ਵੱਲ ਨੂੰ ਪ੍ਰੈਸ਼ਰ ਜਿਹੜਾ ਸੀ ਉਹਦੇ ਮੂੰਹ ਵਿੱਚ ਭਰਿਆ ਹੋਇਆ ਉਹਨੇ ਰਾਗੀ ਸਿੰਘਾਂ ਵੱਲ ਨੂੰ ਮਾਰਿਆ ਔਰ ਮੌਕੇ 'ਤੇ ਸਾਡੇ ਜਿਹੜੇ ਸੇਵਾਦਾਰ ਔਰ ਪੁਲਿਸ ਦੇ ਮੁਲਾਜ਼ਮ ਸਨ ਉਹਨਾਂ ਨੇ ਉਹਨੂੰ ਫੜ ਕੇ ਅਤੇ ਪੁਲਿਸ ਦੇ ਹਵਾਲੇ ਕੀਤਾ ਔਰ ਪੁਲਿਸ ਵੱਲੋਂ 295 ਇਹ ਧਾਰਾ ਲਾ ਕੇ ਅਤੇ ਉਹਨੂੰ ਅਦਾਲਤ ਦੇ ਵਿੱਚ ਪੁਲਿਸ ਪੇਸ਼ ਕਰਨ ਲੱਗੀ ਹੈ। ਸਰ ਕੀ ਲੱਗਦਾ ਜੀ ਇਹ ਗਿਣੀ ਮਿਣੀ ਸਾਜਿਸ਼ ਅਧੀਨ ਹੋਇਆ ਜੀ? ਬਿਲਕੁਲ ਹੋ ਸਕਦਾ ਹੈ, ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਐਸੀਆਂ ਪੰਜਾਬ ਦੇ ਵਿੱਚ ਪਹਿਲਾਂ ਵੀ ਵਾਪਰ ਚੁੱਕੀਆਂ ਨੇ ਔਰ ਹਮੇਸ਼ਾ ਹੀ ਪੁਲਿਸ ਵੱਲੋਂ ਇਹ ਕਹਿ ਕੇ ਪੱਲਾ ਝਾੜਿਆ ਜਾਂਦਾ ਹੈ ਕਿ ਇਹ ਮੈਂਟਲੀ ਅਪਸੈਟ ਹੈ, ਇਹਦੇ ਕੋਲ ਮੈਡੀਕਲ ਸਰਟੀਫਿਕੇਟ ਹੈ ਜਾਂ ਦਵਾਈਆਂ ਐਸੀਆਂ ਕੋ ਲੈ ਰਿਹਾ ਕਿ ਇਹਨੂੰ ਦਿਮਾਗੀ ਪ੍ਰੋਬਲਮ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਦਿਮਾਗੀ ਅਪਸੈਟ ਜਿਹੜੇ ਲੋਕ ਨੇ ਉਹ ਗੁਰਦੁਆਰਿਆਂ ਵੱਲ ਨੂੰ ਹੀ ਜਾਂ ਗੁਰੂ ਸਾਹਿਬ ਦੀ ਬੇਅਦਬੀ ਕਰਨ ਵੱਲ ਨੂੰ ਹੀ ਜਾਂ ਗੁਰਦੁਆਰਿਆਂ ਨੂੰ ਅੱਗਾਂ ਲਾਉਣ ਵਾਸਤੇ ਕਿਉਂ ਆਉਂਦੇ ਨੇ, ਉਹ ਹੋਰ ਕਿਸੇ ਦਾ ਕੋਈ ਨੁਕਸਾਨ ਜਾ ਕੇ ਕਿਉਂ ਨਹੀਂ ਕਰਦੇ। ਕਿਤੇ ਨਾ ਕਿਤੇ ਇਹ ਪੁਲਿਸ ਦੀ ਸਰਕਾਰ ਦੀ ਇੱਕ ਬਹੁਤ ਵੱਡੀ ਨਾਕਾਮੀ ਹੈ ਔਰ ਜਿੰਨੀਆਂ ਵੀ ਘਟਨਾਵਾਂ ਪਿਛਲੇ ਸਮੇਂ ਹੋ ਚੁੱਕੀਆਂ ਨੇ ਉਹਨਾਂ ਦਾ ਹੁਣ ਤੱਕ ਕੋਈ ਵੀ ਸੂਤਰਧਾਰ ਜਿਹੜਾ ਉਹ ਪੁਲਿਸ ਨੂੰ ਨਹੀਂ ਲੱਭਾ, ਕਿਉਂਕਿ ਪੁਲਿਸ ਜਾਂ ਤਾਂ ਚਲਾਨ ਲੇਟ ਪੇਸ਼ ਕਰਦੀ ਹੈ ਔਰ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਜਿਹੜੇ ਉਹ ਦੋਸ਼ੀ ਨੇ ਉਹ ਜ਼ਮਾਨਤਾਂ ਲੈ ਕੇ ਬਾਹਰ ਆ ਜਾਂਦੇ ਨੇ। ਹੋਮ ਮਿਨਿਸਟਰੀ ਦਾ ਜਿਹੜਾ ਪ੍ਰੋਸੈਸ ਹੈ ਉਹ ਇੰਨਾ ਜ਼ਿਆਦਾ ਢਿੱਲਾ ਹੈ ਕਿ ਜਿਹੜੀ ਪਰਮਿਸ਼ਨ ਹੈ ਉਹ ਡੇਢ 2 ਮਹੀਨੇ ਹੋਮ ਮਿਨਿਸਟਰੀ ਜਿਹੜੀ ਪਰਮਿਸ਼ਨ ਨਹੀਂ ਭੇਜਦੀ, ਤਦ ਤੱਕ ਦੋਸ਼ੀ ਜਿਹੜੇ ਨੇ ਜ਼ਮਾਨਤਾਂ ਲੈ ਕੇ ਬਾਹਰ ਆ ਕੇ ਅਤੇ ਸ਼ਰੇਆਮ ਘੁੰਮਦੇ ਵੇਖੇ ਜਾ ਸਕਦੇ ਆ ਔਰ ਸਾਡਾ ਇੱਕ ਮੂੰਹ ਚੜਾਇਆ ਜਾ ਰਿਹਾ ਉਹਨਾਂ ਦੋਸ਼ੀਆਂ ਦੇ ਵੱਲੋਂ ਕਿ ਅਸੀਂ ਜੋ ਕਰਨਾ ਅਸੀਂ ਕਰ ਦਿੱਤਾ, ਤੁਸੀਂ ਜੋ ਕਰ ਸਕਦੇ ਹੋ ਕਰ ਲਓ, ਪਰ ਅਸੀਂ ਕੁਛ ਵੀ ਫਿਰ ਕਰਨ ਦੇ ਸਮਰੱਥ ਨਹੀਂ ਰਹਿ ਜਾਂਦੇ, ਕਿਉਂਕਿ ਉਹ ਲੋਕ ਜ਼ਮਾਨਤਾਂ ਕਰਵਾ ਕੇ ਜੇਲ੍ਹਾਂ ਦੇ ਵਿੱਚੋਂ ਬਾਹਰ ਆ ਜਾਂਦੇ ਆ। ਔਰ ਅੱਜ ਵੀ SSP ਸਾਹਿਬ ਨਾਲ ਹੁਣੇ ਸਾਡੀ ਗੱਲ ਹੋਈ ਹੈ ਔਰ ਉਹਨਾਂ ਨੂੰ ਇਹ ਕਿਹਾ ਗਿਆ ਹੈ ਕਿ ਪੁਲਿਸ ਇਨਵੈਸਟੀਗੇਸ਼ਨ ਜਿਹੜੀ ਹੈ ਉਹਦੇ ਵਿੱਚ ਸਾਡੀ ਟੀਮ ਜਿਹੜੀ ਹੈ ਉਹ ਅਸੀਂ 5 ਮੈਂਬਰੀ ਇੱਕ ਟੀਮ ਬਣਾਵਾਂਗੇ, ਉਹ ਸਾਡੀ 5 ਮੈਂਬਰੀ ਟੀਮ ਦੇ ਸਾਹਮਣੇ ਹੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਔਰ ਉਹਨਾਂ ਨੇ ਇਸ ਗੱਲ ਨੂੰ ਕਬੂਲ ਵੀ ਕੀਤਾ
ਅਸੀਂ 5 ਸਿੰਘਾਂ ਦੇ ਨਾਮ ਤਜਵੀਜ਼ ਕਰਕੇ ਤੇ ਉਹਨਾਂ ਨੂੰ ਭੇਜਣ ਲੱਗੇ ਹਾਂ, ਭੇਜ ਰਹੇ ਹਾਂ ਔਰ ਉਹ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਹੋਣਗੇ। ਜਿਹੜੇ ਇਹੋ ਜਿਹੇ ਦੋਸ਼ੀ ਹੋਣ ਉਹਨਾਂ ਨੂੰ ਸਜ਼ਾਏ ਮੌਤ ਮਿਲਣੀ ਚਾਹੀਦੀ ਹੈ, ਪਰ ਸਾਡੇ ਸਿਸਟਮ ਦੀ ਇੱਕ ਬੜੀ ਵੱਡੀ ਢਿੱਲ ਹੈ, ਕਾਨੂੰਨ ਦੀ ਬੜੀ ਵੱਡੀ ਇੱਕ ਢਿੱਲ ਹੈ ਤੇ ਇੱਕ ਜਿਹੜਾ ਸਰਬ ਸਾਂਝੀ ਵਾਲਤਾ ਦਾ ਰਹਿਬਰ ਹੈ, ਸਾਂਝਾ ਉਪਦੇਸ਼ ਦੇਣ ਵਾਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਉਹਨਾਂ ਦੀ ਥਾਂ ਥਾਂ ਤੇ ਜਿਹੜੀ ਹਾਨੀ ਕੀਤੀ ਜਾਂਦੀ ਹੈ, ਬੇਅਦਬੀ ਕੀਤੀ ਜਾਂਦੀ ਹੈ ਔਰ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਯਤਨ ਕੀਤਾ ਜਾਂਦਾ ਹੈ। ਇਹ ਬਹੁਤ ਹੀ ਜ਼ਿਆਦਾ ਮੰਦਭਾਗੀ ਔਰ ਨਿੰਦਣ ਵਾਲੀ ਘਟਨਾ ਹੈ ਔਰ ਇਹ ਜਿਹੇ ਦੋਸ਼ੀਆਂ ਨੂੰ ਤੇ ਸਜ਼ਾਏ ਮੌਤ ਦਾ ਜਿਹੜਾ ਵਿਧਾਨ ਹੈ ਉਹ ਹੋਣਾ ਚਾਹੀਦਾ ਹੈ। ਇਹ ਚ ਮੈਨੇਜਮੈਂਟ ਦੀ ਵੀ ਕਮੀ ਹੈਗੀ ਸਿੰਘ ਸਾਹਿਬ, ਬੰਦੇ ਇਸ ਤਰ੍ਹਾਂ ਉੱਪਰ ਚੱਲ ਗਏ ਜਿਸ ਨੂੰ ਲੈ ਕੇ। ਨਹੀਂ ਜੀ, ਮੈਨੇਜਮੈਂਟ ਦੀ ਜੋ ਸਾਡੇ ਸਾਹਮਣੇ ਜੋ ਅਸੀਂ CCTV ਦੇਖੀ ਹੈ, ਮੈਨੇਜਮੈਂਟ ਦੀ ਕੋਈ ਕਮੀ ਨਹੀਂ, ਕਿਉਂਕਿ ਮੈਨੇਜਮੈਂਟ ਨੇ ਇਹ ਤਾਂ ਉਹਨੂੰ ਫੜਿਆ ਮੌਕੇ ਤੇ, ਜਿਹੜੇ ਸਾਡੇ ਸੇਵਾਦਾਰ ਸਨ ਉਹਨੇ ਫੜ ਲਿਆ, ਤਾਂ ਮੈਨੇਜਮੈਂਟ ਦੀ ਦੇ ਵਿੱਚ ਕੋਈ ਕਿਸੇ ਪ੍ਰਕਾਰ ਦੀ ਕਮੀ ਜਿਹੜੀ ਸਿੰਘ ਸਾਹਿਬ ਜੀ, ਸਿੱਖ ਵਿਰੋਧੀ ਚੀਜ਼ਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਲੈ ਕੇ ਬੰਦਾ ਪਹੁੰਚ ਗਿਆ, ਇੱਥੇ ਸੇਵਾਦਾਰ ਵੀ ਹੁੰਦਾ ਜੀ, ਉੱਪਰ ਵੀ ਹੁੰਦੇ ਆ ਜੀ, ਇਹਦੇ ਵਿੱਚ ਕਿਸੇ ਦੀ ਗਲਤੀ ਨਹੀਂ ਹੈ ਜੀ। ਦੇਖੋ, ਚੀਜ਼ ਜੇਬ ਵਿੱਚ ਪਾਈ ਹੁੰਦੀ ਹੈ, ਸਿਗਰਟ ਪੀੜੀ ਜਿਹੜੀ ਉਹ ਜੇਬ ਵਿੱਚ ਪੈ ਸਕਦੀ ਹੈ, ਉਹ ਕਿਸੇ ਦੀ ਤਲਾਸ਼ੀ ਤੇ ਨਹੀਂ ਕੀਤੀ ਜਾ ਸਕਦੀ, ਜਾਂ ਉਹਦੀ ਕੋਈ ਹਰਕਤ ਕੈਮਰੇ 'ਚ ਨੋਟ ਹੋਈ ਹੁੰਦੀ ਜਾਂ ਕੋਈ ਹਰਕਤ ਉਹਦੀ ਪਹਿਲਾਂ ਧਿਆਨ ਵਿੱਚ ਆਈ ਹੁੰਦੀ ਤਾਂ ਜ਼ਰੂਰ ਹੀ ਅਸੀਂ ਮੰਨਦੇ ਕਿ ਸਾਡੇ ਪ੍ਰਬੰਧ ਦੀ ਇਹਦੇ ਵਿੱਚ ਢਿੱਲ ਹੈ। ਜਦ ਉਹਨੇ ਕੋਈ ਹਰਕਤ ਕੀਤੀ ਹੈ ਤੇ ਉਸੇ ਵੇਲੇ ਸਾਡੇ ਸੇਵਾਦਾਰਾਂ ਨੂੰ ਫੜ ਕੇ ਬਾਹਰ ਲੈ ਆਉਂਦੇ। ਜੇ ਤਖਤ ਸਾਹਿਬ ਸ਼੍ਰੀ ਕੇਸਗੜ੍ਹ ਸਾਹਿਬ ਦੀ ਘਟਨਾ ਹੋਈ, ਇਹ ਬੜੀ ਮੰਦਭਾਗੀ ਘਟਨਾ ਹੈ, ਇਹ ਬੜੀ ਸ਼ਾਸ ਅਧੀਨ, ਬੜੀ ਸੋਚੀ ਸਮਝੀ ਅਧੀਨ ਘਟਨਾ ਵਾਪਰੀ ਹੈ, ਕਿਉਂਕਿ ਜਿੱਥੇ ਅੱਜ ਸਾਰੇ ਸਿੱਖ ਦਿੱਲੀ ਦੀ ਬਰੂਹਾਂ ਦੇ ਉੱਪਰ ਬੈਠੇ ਹੈ, ਉਹਨਾਂ ਦੇ ਅੰਦੋਲਨ ਨੂੰ ਵੀ ਬਦਨਾਮ ਕਰਨ ਵਾਸਤੇ ਜਿਹੜੀ ਇਹ ਸਾਜ਼ਿਸ਼ ਘੜੀ ਗਈ ਹੈ, ਇਹ ਸਾਨੂੰ ਇਸ ਵਿੱਚ ਪੂਰਾ ਸਾਨੂੰ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਹੈ ਪੂਰਨ ਤੌਰ ਤੇ ਉਹਨਾਂ ਪਰ ਵੀ ਸਾਨੂੰ ਪੂਰਨ ਤੌਰ ਤੇ ਸ਼ੱਕ ਹੈ ਕਿ ਉਹਨਾਂ ਨੇ ਵੀ ਬੜੀ ਰਣਨੀਤੀ ਤਹਿਤ ਇਹ ਇਹੋ ਜਿਹੀਆਂ ਕਿ ਸਿੱਖਾਂ ਔਰ ਹਿੰਦੂਆਂ ਵਿੱਚ ਇੱਕ ਨਫ਼ਰਤ ਫੈਲਾਉਣ ਦੀ ਖਾਤਰ ਇਹ ਸਾਜ਼ਿਸ਼ ਅਧੀਨ ਕੀਤੀ ਗਈ। ਪਰ ਮੈਂ ਸਮੁੱਚੇ ਤੌਰ ਤੇ ਕਹੂੰਗਾ, ਜਿੱਥੇ ਆਨੰਦਪੁਰ ਦੀਆਂ ਸੰਗਤਾਂ ਨੂੰ ਵੀ ਬੇਨਤੀ ਕਰੂੰਗਾ ਕਿ ਤੁਹਾਡੇ ਜਿੱਥੇ ਕਿਉਂਕਿ ਇਹ ਜਿਹੜਾ ਸਿੱਖਾਂ ਦਾ ਪ੍ਰਗਟ ਸਥਾਨ ਹੈ, ਪ੍ਰਗਟ ਸਥਾਨ ਤੇ ਇਹੋ ਜਿਹੀ ਘਟਨਾ ਹੋਵੇ, ਉਹ ਆਨੰਦਪੁਰ ਦੇ ਸਿੱਖਾਂ ਦੇ ਆਲੇ ਦੁਆਲੇ ਪਿੰਡਾਂ ਦੀ ਸੰਗਤ ਇੱਥੇ ਪਿੰਡਾਂ ਵਿੱਚੋਂ ਨਿਕਲ ਕੇ ਨਾ ਆਵੇ, ਇਹ ਵੀ ਇੱਕ ਬਹੁਤ ਬੜੀ ਵੱਡੀ ਮੰਦਭਾਗੀ ਘਟਨਾ ਹੈ। ਮੈਂ ਸਾਧ ਸੰਗਤ ਨੂੰ ਬੇਨਤੀ ਕਰੂੰਗਾ ਕਿ ਸਾਰੇ ਹੁਮਾ ਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਪੁੱਜਣ, ਤਾਂ ਜੋ ਇਹੋ ਜਿਹੇ ਜਿਹੜੀਆਂ ਮਾੜੀਆਂ ਘਟਨਾਵਾਂ ਹੁੰਦੀਆਂ ਉਹਨਾਂ ਨੂੰ ਨੱਥ ਪਾਈ ਜਾ ਸਕੇ। ਪਰ ਬੰਦਿਆਂ ਦੇ ਕਿਸੇ ਦੇ ਮੂੰਹ ਤੇ ਨਹੀਂ ਲਿਖਿਆ ਹੋਇਆ ਹੁੰਦਾ, ਕਿਉਂਕਿ ਇੱਥੇ ਕਿਸੇ ਨੂੰ ਆਪਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਤੋਂ ਕਿਸੇ ਨੇ ਨਹੀਂ ਰੋਕ ਸਕਦੇ, ਨਾ ਕਿਸੇ ਧਰਮ ਵਾਲੇ ਰੋਕ ਸਕਦੇ, ਕਿਉਂਕਿ ਇਹ ਸਰਬ ਸਾਂਝੀ ਵਾਰਤਾ ਦਾ ਇਹ ਧਰਤੀ ਸੰਦੇਸ਼ ਦਿੰਦੀ ਹੈ। ਪਰ ਇਹਦੇ ਵਿੱਚ ਇੰਟੈਲੀਜੈਂਸੀਆਂ ਵੀ ਫੇਲ ਹੋਈਆਂ, ਸਾਰੇ ਵਰਗ ਹੀ ਫੇਲ ਹੋਏ ਇਹਦੇ ਵਿੱਚ। ਔਰ ਜਿਹੜੇ ਹਿੰਦੂਆਂ ਦੇ ਵਿੱਚ ਇੱਕ ਬਹੁਤ ਵੱਡੀ ਪੱਧਰ ਤੇ ਲੜਾਈ ਪਾਣੀ ਚਾਹੁੰਦੀਆਂ ਹਨ, ਇਹ ਤਾਂ ਮੈਂ ਇਹਨਾਂ ਨੂੰ ਕਹੂੰਗਾ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਵੀ ਜ਼ਿੰਮੇਵਾਰ ਹੈ ਇਹਦੇ 'ਚ। ਤਾਂ ਸਵੇਰੇ ਇੱਕ ਇੱਥੇ ਮੰਦਭਾਗੀ ਘਟਨਾ ਹੋਈ ਹੈ, ਇਹਦੇ ਵਿੱਚ ਆਪਾਂ ਜਿਹੜਾ ਅਕਿਊਜ਼ਡ ਹੈਗਾ ਉਹ ਆਪਾਂ ਅਰੈਸਟ ਕਰ ਲਿਆ, FIR ਦਰਜ ਹੋ ਚੁੱਕੀ ਹੈ ਤੇ ਹੁਣ ਉਹਦੀ ਤਫਤੀਸ਼ ਆਰੰਭੀ ਜਾ ਰਹੀ ਹੈ। ਤੁਹਾਡੇ ਨਾਲ ਬਾਅਦ 'ਚੋਂ ਸ਼ੇਅਰ ਕਰਦੇ ਹਾਂ, ਉਹਦੀ ਕੋਈ ਤਫਤੀਸ਼ ਚੱਲ ਰਹੀ ਹੈ, ਇਸ ਕਰਕੇ ਮੈਂ ਕੁਝ ਵੀ ਇਹਦੇ ਪਰ ਕਮੈਂਟ ਨਹੀਂ ਕਰਾਂਗਾ। ਤੇ ਆਪਾਂ ਅਕਿਊਜ਼ਡ ਅਰੈਸਟ ਕਰ ਲਿਆ ਹੈਗਾ ਤੇ ਤਫਤੀਸ਼ ਆਪਣੀ ਆਰੰਭ ਹੋ ਚੁੱਕੀ ਹੈ। ਸਾਡੀ ਟੀਮ ਨਾਲ ਮੀਟਿੰਗ ਹੋਈ ਹੈ, ਅੰਦਰ ਕੀ ਵਾਰਤਾਲਾਪ ਹੋਈ ਹੋਈ ਤੁਹਾਨੂੰ ਕੋਈ ਸ਼ੇਅਰ ਕਰੋਗੇ ਸਾਨੂੰ? ਇਹ ਆਪਣੇ ਇਨਵੈਸਟੀਗੇਸ਼ਨ ਦੇ ਬਾਰੇ ਹੀ ਗੱਲ ਹੋਈ ਜੀ। ਇਹਦੀ ਘਟਨਾ ਦੀ ਪੂਰਾ ਸੱਚ ਇੱਕ ਕਹਿ ਤੱਕ ਜਾਈਏ ਜੀ ਕਿਵੇਂ ਇਹ ਸਭ ਸਰ ਕੀ ਲੱਗਦਾ ਕਿਸੇ ਸਾਜ਼ਿਸ਼ ਅਧੀਨ ਹੋਇਆ ਜੀ ਇਹ? ਜਦ ਮੈਂ ਆਪ ਜੀ ਨੂੰ ਪਹਿਲੇ ਇਹ ਗੱਲ ਕਹੀ ਵੀ ਜਦੋਂ ਤਫਤੀਸ਼ ਅਜੇ ਆਰੰਭੀ ਗਈ ਹੈ, ਜਦ ਤੱਕ ਤਫਤੀਸ਼ ਮੁਕੰਮਲ ਨਹੀਂ ਹੁੰਦੀ ਮੈਂ ਕਿਵੇਂ ਕੁਝ ਵੀ ਕਹਿ ਸਕਦਾ। ਠੀਕ, ਤਫਤੀਸ਼ ਮੁਕੰਮਲ ਹੋ ਲੈਂਦੋ ਸਾਰਾ ਸੱਚ ਸਾਹਮਣੇ ਆ। ਠੀਕ ਹੈ ਸਰ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਵੇਰੇ ਤਕਰੀਬਨ 4:30 ਵਜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਬਹੁਤ ਹੀ ਇੱਕ ਮੰਦਭਾਗੀ ਹਿਰਦੇ ਵੇਦਕ ਘਟਨਾ ਵਾਪਰੀ ਹੈ ਕਿ ਲੁਧਿਆਣੇ ਦੇ ਰਹਿਣ ਵਾਲੇ ਪਰਮਜੀਤ ਸਿੰਘ ਪੁੱਤਰ ਗੁਰਮੇਲ ਸਿੰਘ, ਮੁਹੱਲਾ ਮਹਾਰਾਜ ਨਗਰ ਲੁਧਿਆਣਾ, ਪੁਲਿਸ ਕਮਿਸ਼ਨਰੇਟ ਲੁਧਿਆਣਾ, ਉਹਨੇ ਸਵੇਰੇ ਕਿਉਂਕਿ ਗੁਰੂ ਸਾਹਿਬ ਦਾ ਪ੍ਰਕਾਸ਼ ਤਖਤ ਸਾਹਿਬ 'ਤੇ ਹੋ ਰਿਹਾ ਸੀ, ਰਾਗੀ ਸਿੰਘ ਔਰ ਸੰਗਤ ਗੁਰੂ ਸਾਹਿਬ ਦੇ ਸਤਿਕਾਰ ਵਾਸਤੇ ਉੱਠ ਕੇ ਖੜੀ ਹੋਈ ਤੇ ਰਾਗੀ ਸਿੰਘਾਂ ਦੇ ਪਿਛਲੇ ਪਾਸੇ ਬਾਹਰਲੇ ਪਾਸੇ ਖੜ੍ਹ ਕੇ ਉਹਨੇ ਸਿਗਰਟ ਜਲਾਈ ਔਰ ਸਿਗਰਟ ਦਾ ਧੂੰਆਂ ਆਪਣੇ ਮੂੰਹ ਵਿੱਚ ਭਰ ਕੇ ਜਿਹੜੀ ਸਿਗਰਟ ਸੀ ਉਹ ਰਾਗੀ ਸਿੰਘ ਜਿੱਥੇ ਖੜ੍ਹੇ ਬੈਠੇ ਸਨ ਉਸ ਸਥਾਨ ਦੇ ਉੱਤੇ ਸਿਗਰਟ ਸੁੱਟ ਦਿੱਤੀ ਔਰ ਜਿਹੜਾ ਧੂੰਆਂ ਸੀ ਉਹ ਰਾਗੀ ਸਿੰਘਾਂ ਵੱਲ ਨੂੰ ਪ੍ਰੈਸ਼ਰ ਜਿਹੜਾ ਸੀ ਉਹਦੇ ਮੂੰਹ ਵਿੱਚ ਭਰਿਆ ਹੋਇਆ ਉਹਨੇ ਰਾਗੀ ਸਿੰਘਾਂ ਵੱਲ ਨੂੰ ਮਾਰਿਆ ਔਰ ਮੌਕੇ 'ਤੇ ਸਾਡੇ ਜਿਹੜੇ ਸੇਵਾਦਾਰ ਔਰ ਪੁਲਿਸ ਦੇ ਮੁਲਾਜ਼ਮ ਸਨ ਉਹਨਾਂ ਨੇ ਉਹਨੂੰ ਫੜ ਕੇ ਤੇ ਪੁਲਿਸ ਦੇ ਹਵਾਲੇ ਕੀਤਾ ਔਰ ਪੁਲਿਸ ਵੱਲੋਂ 295A ਧਾਰਾ ਲਾ ਕੇ ਤੇ ਉਹਨੂੰ ਅਦਾਲਤ ਦੇ ਵਿੱਚ ਪੁਲਿਸ ਪੇਸ਼ ਕਰ ਦਿੱਤੀ ਹੈ। ਸਰ ਕੀ ਲੱਗਦਾ ਜੀ ਇਹ ਗਿਣੀ ਮਿਚੀ ਸਾਜ਼ਿਸ਼ ਅਧੀਨ ਹੋਇਆ ਜੀ? ਬਿਲਕੁਲ ਹੋ ਸਕਦਾ ਹੈ, ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਐਸੀਆਂ ਪੰਜਾਬ ਦੇ ਵਿੱਚ ਪਹਿਲਾਂ ਵੀ ਵਾਪਰ ਚੁੱਕੀਆਂ ਨੇ ਔਰ ਹਮੇਸ਼ਾ ਹੀ ਪੁਲਿਸ ਵੱਲੋਂ ਇਹ ਕਹਿ ਕੇ ਪੱਲਾ ਝਾੜਿਆ ਜਾਂਦਾ ਹੈ ਕਿ ਇਹ ਮੈਂਟਲੀ ਅਪਸੈਟ ਹੈ
ਇਹਦੇ ਕੋਲ ਮੈਡੀਕਲ ਸਰਟੀਫਿਕੇਟ ਹੈ ਜਾਂ ਦਵਾਈਆਂ ਐਸੀਆਂ ਕੋਈ ਲੈ ਰਿਹਾ ਕਿ ਇਹਨੂੰ ਦਿਮਾਗੀ ਪ੍ਰੋਬਲਮ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਦਿਮਾਗੀ ਅਪਸੈਟ ਜਿਹੜੇ ਲੋਕ ਨੇ ਉਹ ਗੁਰਦੁਆਰਿਆਂ ਵੱਲ ਨੂੰ ਹੀ ਜਾਂ ਗੁਰੂ ਸਾਹਿਬ ਦੀ ਬੇਅਦਬੀ ਕਰਨ ਵੱਲ ਨੂੰ ਹੀ ਜਾਂ ਗੁਰਦੁਆਰਿਆਂ ਨੂੰ ਅੱਗਾਂ ਲਾਉਣ ਵਾਸਤੇ ਕਿਉਂ ਆਉਂਦੇ ਨੇ, ਉਹ ਹੋਰ ਕਿਸੇ ਦਾ ਕੋਈ ਨੁਕਸਾਨ ਜਾ ਕੇ ਕਿਉਂ ਨਹੀਂ ਕਰਦੇ। ਕਿਤੇ ਨਾ ਕਿਤੇ ਇਹ ਪੁਲਿਸ ਦੀ ਸਰਕਾਰ ਦੀ ਇੱਕ ਬਹੁਤ ਵੱਡੀ ਨਾਕਾਮੀ ਹੈ। ਔਰ ਜਿੰਨੀਆਂ ਵੀ ਘਟਨਾਵਾਂ ਪਿਛਲੇ ਸਮੇਂ ਹੋ ਚੁੱਕੀਆਂ ਨੇ ਉਹਨਾਂ ਦਾ ਹੁਣ ਤੱਕ ਕੋਈ ਵੀ ਸੂਤਰਧਾਰ ਜਿਹੜਾ ਉਹ ਪੁਲਿਸ ਨੂੰ ਨਹੀਂ ਲੱਭਾ, ਕਿਉਂਕਿ ਪੁਲਿਸ ਜਾਂ ਤੇ ਚਲਾਨ ਲੇਟ ਪੇਸ਼ ਕਰਦੀ ਹੈ ਔਰ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਜਿਹੜੇ ਉਹ ਦੋਸ਼ੀ ਨੇ ਉਹ ਜ਼ਮਾਨਤਾਂ ਲੈ ਕੇ ਬਾਹਰ ਆ ਜਾਂਦੇ ਨੇ। ਹੋਮ ਮਿਨਿਸਟਰੀ ਦਾ ਜਿਹੜਾ ਪ੍ਰੋਸੈਸ ਹੈ ਉਹ ਇੰਨਾ ਜ਼ਿਆਦਾ ਢਿੱਲਾ ਹੈ ਕਿ ਜਿਹੜੀ ਪਰਮਿਸ਼ਨ ਹੈ ਉਹ ਡੇਢ 2 ਮਹੀਨੇ ਹੋਮ ਮਿਨਿਸਟਰੀ ਜਿਹੜੀ ਪਰਮਿਸ਼ਨ ਨਹੀਂ ਭੇਜਦੀ, ਤਦ ਤੱਕ ਦੋਸ਼ੀ ਜਿਹੜੇ ਨੇ ਜ਼ਮਾਨਤਾਂ ਲੈ ਕੇ ਬਾਹਰ ਆ ਕੇ ਤੇ ਸ਼ਰੇਆਮ ਘੁੰਮਦੇ ਵੇਖੇ ਜਾ ਸਕਦੇ ਆ। ਔਰ ਸਾਡਾ ਇੱਕ ਮੂੰਹ ਚੜਾਇਆ ਜਾ ਰਿਹਾ ਉਹਨਾਂ ਦੋਸ਼ੀਆਂ ਦੇ ਵੱਲੋਂ ਕਿ ਅਸੀਂ ਜੋ ਕਰਨਾ ਸੀ ਕਰ ਦਿੱਤਾ, ਤੁਸੀਂ ਜੋ ਕਰ ਸਕਦੇ ਹੋ ਕਰ ਲਓ, ਪਰ ਅਸੀਂ ਕੁਝ ਵੀ ਫਿਰ ਕਰਨ ਦੇ ਸਮਰੱਥ ਨਹੀਂ ਰਹਿ ਜਾਂਦੇ, ਕਿਉਂਕਿ ਉਹ ਲੋਕ ਜ਼ਮਾਨਤਾਂ ਕਰਵਾ ਕੇ ਜੇਲ੍ਹਾਂ ਦੇ ਵਿੱਚੋਂ ਬਾਹਰ ਆ ਜਾਂਦੇ ਆ। ਔਰ ਅੱਜ ਵੀ ਐਸਐਸਪੀ ਸਾਹਿਬ ਨਾਲ ਹੁਣੇ ਸਾਡੀ ਗੱਲ ਹੋਈ ਹੈ ਔਰ ਉਹਨਾਂ ਨੂੰ ਇਹ ਕਿਹਾ ਗਿਆ ਹੈ ਕਿ ਪੁਲਿਸ ਇਨਵੈਸਟੀਗੇਸ਼ਨ ਜਿਹੜੀ ਹੈ ਉਹਦੇ ਵਿੱਚ ਸਾਡੀ ਟੀਮ ਜਿਹੜੀ ਹੈ ਉਹ ਅਸੀਂ 5 ਮੈਂਬਰੀ ਇੱਕ ਟੀਮ ਬਣਾਵਾਂਗੇ। ਉਹ ਸਾਡੀ 5 ਮੈਂਬਰੀ ਟੀਮ ਦੇ ਸਾਹਮਣੇ ਹੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਔਰ ਉਹਨਾਂ ਨੇ ਇਸ ਗੱਲ ਨੂੰ ਕਬੂਲ ਵੀ ਕੀਤਾ ਹੈ। ਅਸੀਂ 5 ਸਿੰਘਾਂ ਦੇ ਨਾਮ ਤਜਵੀਜ਼ ਕਰਕੇ ਤੇ ਉਹਨਾਂ ਨੂੰ ਭੇਜਣ ਲੱਗੇ ਹਾਂ, ਭੇਜ ਰਹੇ ਹਾਂ ਔਰ ਉਹ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਹੋਣਗੇ। ਜਿਹੜੇ ਇਹੋ ਜਿਹੇ ਦੋਸ਼ੀ ਹੋਣ ਉਹਨਾਂ ਨੂੰ ਸਜ਼ਾਏ ਮੌਤ ਮਿਲਣੀ ਚਾਹੀਦੀ ਹੈ, ਪਰ ਸਾਡੇ ਸਿਸਟਮ ਦੀ ਇੱਕ ਬੜੀ ਵੱਡੀ ਢਿੱਲ ਹੈ, ਕਾਨੂੰਨ ਦੀ ਬੜੀ ਵੱਡੀ ਇੱਕ ਢਿੱਲ ਹੈ ਕਿ ਇੱਕ ਜਿਹੜਾ ਸਰਬ ਸਾਂਝੀ ਵਾਲਤਾ ਦਾ ਰਹਿਬਰ ਹੈ, ਸਾਂਝਾ ਉਪਦੇਸ਼ ਦੇਣ ਵਾਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਉਹਨਾਂ ਦੀ ਥਾਂ ਥਾਂ 'ਤੇ ਜਿਹੜੀ ਹਾਨੀ ਕੀਤੀ ਜਾਂਦੀ ਹੈ, ਬੇਅਦਬੀ ਕੀਤੀ ਜਾਂਦੀ ਹੈ ਔਰ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਯਤਨ ਕੀਤਾ ਜਾਂਦਾ ਹੈ। ਇਹ ਬਹੁਤ ਹੀ ਜ਼ਿਆਦਾ ਮੰਦਭਾਗੀ ਔਰ ਨਿੰਦਣ ਵਾਲੀ ਘਟਨਾ ਹੈ ਔਰ ਇਹ ਜਿਹੇ ਦੋਸ਼ੀਆਂ ਨੂੰ ਤੇ ਸਜ਼ਾਏ ਮੌਤ ਦਾ ਜਿਹੜਾ ਵਿਧਾਨ ਹੈ ਉਹ ਹੋਣਾ ਚਾਹੀਦਾ ਹੈ। ਇਹ 'ਚ ਮੈਨੇਜਮੈਂਟ ਦੀ ਵੀ ਕਮੀ ਹੈਗੀ ਸਿੰਘ ਸਾਹਿਬ, ਬੰਦੇ ਇਸ ਤਰ੍ਹਾਂ ਉੱਪਰ ਚੱਲ ਗਏ ਜਿਸ ਨੂੰ ਲੈ ਕੇ? ਨਹੀਂ ਜੀ, ਮੈਨੇਜਮੈਂਟ ਦੀ ਜੋ ਸਾਡੇ ਸਾਹਮਣੇ ਜੋ ਅਸੀਂ CCTV ਦੇਖੀ ਹੈ, ਮੈਨੇਜਮੈਂਟ ਦੀ ਕੋਈ ਕਮੀ ਨਹੀਂ, ਕਿਉਂਕਿ ਮੈਨੇਜਮੈਂਟ ਨੇ ਇਹ ਤਾਂ ਉਹਨੂੰ ਫੜਿਆ ਮੌਕੇ 'ਤੇ ਜਿਹੜੇ ਸਾਡੇ ਸੇਵਾਦਾਰ ਸਨ ਉਹਨੇ ਫੜ ਲਿਆ, ਤਾਂ ਮੈਨੇਜਮੈਂਟ ਦੀ ਦੇ ਵਿੱਚ ਕੋਈ ਕਿਸੇ ਪ੍ਰਕਾਰ ਦੀ ਕਮੀ ਜਿਹੜੀ ਸਿੰਘ ਸਾਹਿਬ ਜੀ, ਸਿੱਖ ਵਿਰੋਧੀ ਚੀਜ਼ਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਲੈ ਕੇ ਬੰਦਾ ਪਹੁੰਚ ਗਿਆ, ਇੱਥੇ ਸੇਵਾਦਾਰ ਵੀ ਹੁੰਦਾ ਜੀ, ਉੱਪਰ ਵੀ ਹੁੰਦੇ ਆ ਜੀ, ਇਹਦੇ ਵਿੱਚ ਕਿਸੇ ਦੀ ਗਲਤੀ ਨਹੀਂ ਹੈ ਜੀ? ਦੇਖੋ, ਚੀਜ਼ ਜੇਬ ਵਿੱਚ ਪਾਈ ਹੁੰਦੀ ਹੈ, ਸਿਗਰਟ ਪੀੜੀ ਜਿਹੜੀ ਉਹ ਜੇਬ ਵਿੱਚ ਪੈ ਸਕਦੀ ਹੈ ਔਰ ਕਿਸੇ ਦੀ ਤਲਾਸ਼ੀ ਤੇ ਨਹੀਂ ਕੀਤੀ ਜਾ ਸਕਦੀ, ਜਾਂ ਉਹਦੀ ਕੋਈ ਹਰਕਤ ਕੈਮਰੇ 'ਚ ਨੋਟ ਹੋਈ ਹੁੰਦੀ ਜਾਂ ਕੋਈ ਹਰਕਤ ਉਹਦੀ ਪਹਿਲਾਂ ਧਿਆਨ ਵਿੱਚ ਆਈ ਹੁੰਦੀ ਤਾਂ ਜ਼ਰੂਰ ਹੀ ਅਸੀਂ ਮੰਨਦੇ ਕਿ ਸਾਡੇ ਪ੍ਰਬੰਧ ਦੀ ਇਹਦੇ ਵਿੱਚ ਢਿੱਲ ਹੈ। ਜਦ ਉਹਨੇ ਕੋਈ ਹਰਕਤ ਕੀਤੀ ਹੈ ਤੇ ਉਸੇ ਵੇਲੇ ਸਾਡੇ ਸੇਵਾਦਾਰਾਂ ਨੂੰ ਫੜ ਕੇ ਬਾਹਰ ਲੈ ਆਉਂਦੇ। ਜੇ ਤਖਤ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਦੀ ਘਟਨਾ ਹੋਈ, ਇਹ ਬੜੀ ਮੰਦਭਾਗੀ ਘਟਨਾ ਹੈ, ਇਹ ਬੜੀ ਸ਼ਾਸ ਅਧੀਨ ਬੜੀ ਸੋਚੀ ਸਮਝੀ ਅਧੀਨ ਘਟਨਾ ਵਾਪਰੀ ਹੈ, ਕਿਉਂਕਿ ਜਿੱਥੇ ਅੱਜ ਸਾਰੇ ਸਿੱਖ ਦਿੱਲੀ ਦੀ ਬਰੂਹਾਂ ਦੇ ਉੱਪਰ ਬੈਠੇ ਹੈ, ਉਹਨਾਂ ਦੇ ਅੰਦੋਲਨ ਨੂੰ ਵੀ ਬਦਨਾਮ ਕਰਨ ਵਾਸਤੇ ਜਿਹੜੀ ਇਹ ਸਾਜ਼ਿਸ਼ ਘੜੀ ਗਈ ਹੈ, ਇਹ ਸਾਨੂੰ ਇਸ ਵਿੱਚ ਪੂਰਾ ਸਾਨੂੰ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਹੈ ਪੂਰਨ ਤੌਰ ਤੇ ਉਹਨਾਂ ਪਰ ਵੀ ਸਾਨੂੰ ਪੂਰਨ ਤੌਰ ਤੇ ਸ਼ੱਕ ਹੈ ਕਿ ਉਹਨਾਂ ਨੇ ਵੀ ਬੜੀ ਰਣਨੀਤੀ ਤਹਿਤ ਇਹ ਇਹੋ ਜਿਹੀਆਂ ਕਿ ਸਿੱਖਾਂ ਔਰ ਹਿੰਦੂਆਂ ਵਿੱਚ ਇੱਕ ਨਫ਼ਰਤ ਫੈਲਾਉਣ ਦੀ ਖਾਤਰ ਇਹ ਸਾਜ਼ਿਸ਼ ਅਧੀਨ ਕੀਤੀ ਗਈ। ਪਰ ਮੈਂ ਸਮੁੱਚੇ ਤੌਰ ਤੇ ਕਹੂੰਗਾ, ਜਿੱਥੇ ਆਨੰਦਪੁਰ ਦੀਆਂ ਸੰਗਤਾਂ ਨੂੰ ਵੀ ਬੇਨਤੀ ਕਰੂੰਗਾ ਕਿ ਤੁਹਾਡੇ ਜਿੱਥੇ ਕਿਉਂਕਿ ਇਹ ਜਿਹੜਾ ਸਿੱਖਾਂ ਦਾ ਪ੍ਰਗਟ